ਤੇ ਇੱਥੋਂ ਫਿਰ ਸਤਿਗੁਰੂ ਜੀ ਦੀਨਾ ਕਾਂਗੜ ਦੀ ਧਰਤੀ ਤੋਂ ਜਦੋਂ ਜਫਰਨਾਮਾ ਲਿਖਦੇ ਨੇ 1707 ਦੇ ਵਿੱਚ ਔਰੰਗਜ਼ੇਬ ਨਰਕ ਸੁਧਾਰ ਜਾਂਦਾ। ਉਸ ਵਕਤ ਵੀ ਭਾਈ ਮਨੀ ਸਿੰਘ ਜੀ ਨਾਲ ਨੇ। ਇੱਥੋਂ ਦੀਨੇ ਕਾਂਗੜ ਤੋਂ ਫਿਰ ਸਤਿਗੁਰੂ ਜੀ ਸੇਵਾ ਲਾਉਂਦੇ ਨੇ ਭਾਈ ਮਨੀ ਸਿੰਘ ਜੀ ਦੀ, ਵੀ ਤੁਸੀਂ ਦਰਬਾਰ ਸਾਹਿਬ ਜਾ ਕੇ ਸੇਵਾ ਨਿਭਾਓ। ਦੂਜੀ ਵਾਰ ਦੁਬਾਰਾ 2 ਵਾਰੀ ਸੇਵਾ ਲੱਗੀ ਹੈ ਭਾਈ ਮਨੀ ਸਿੰਘ ਜੀ ਦੀ। ਇੱਥੋਂ ਦੂਜੀ ਵਾਰ ਸੇਵਾ ਲੱਗਦੀ ਆ। ਸਤਿਗੁਰੂ ਜੀ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਵੱਲ ਤੋਰ ਕੇ ਆਪ ਨੰਦੇੜ ਦੀ ਧਰਤੀ ਵੱਲ ਚਾਲੇ ਪਾਉਂਦੇ ਨੇ ਤੇ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਭੇਜਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਖਾਲਸਾ ਰਾਜ ਦੀਆਂ ਕੰਧਾਂ ਲਾਹੌਰ ਤੱਕ ਸਥਾਪਿਤ ਕਰਦੇ ਨੇ। ਆਖਰਕਾਰ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਨਾ, ਮੈਂ ਇੱਥੇ ਬਹੁਤਾ ਵਿਸਥਾਰ ਨਹੀਂ ਕਰਾਂਗੀ ਕਿਉਂਕਿ ਆਪਾਂ ਭਾਈ ਮਨੀ ਸਿੰਘ ਜੀ ਦੇ ਜੀਵਨ 'ਚੋਂ ਸਿੱਖਿਆ ਲੈਣੀ ਆ। 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਜਾਂਦੇ ਨੇ। ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੌਮ ਦੇ ਵਿੱਚ 2 ਧੜੇ ਬਣ ਜਾਂਦੇ ਨੇ, ਲੜਾਈ ਹੋ ਜਾਂਦੀ ਆ, ਝਗੜਾ ਪੈ ਜਾਂਦਾ। ਇੱਕ ਤੱਤ ਖਾਲਸਾ ਤੇ ਇੱਕ ਬੰਦਈ ਖਾਲਸਾ। ਤੱਤ ਖਾਲਸਾ ਦਾ ਜਿਹੜਾ ਮੁਖੀ ਹੈ ਉਹ ਕਾਨ ਸਿੰਘ ਹੈ ਤੇ ਜਿਹੜਾ ਬੰਦਈ ਖਾਲਸਾ ਇਹਦਾ ਮੁਖੀ ਭਾਈ ਅਮਰ ਸਿੰਘ ਹੈ। ਤੱਤ ਖਾਲਸਾ ਦਰਬਾਰ ਸਾਹਿਬ ਦੀ ਸੇਵਾ ਨਿਭਾ ਰਿਹਾ ਤੇ ਅਮਰ ਸਿੰਘ ਕਹਿੰਦਾ ਇਹ ਸੇਵਾ ਅਸੀਂ ਕਰਨੀ ਆ, ਸਾਨੂੰ ਕਬਜ਼ਾ ਦਿਓ। ਦੋਨਾਂ ਧੜਿਆਂ 'ਚ ਝੜਪ ਹੁੰਦੀ ਆ, ਝਗੜਾ ਹੁੰਦਾ, ਲੜਾਈ ਹੁੰਦੀ ਆ ਤੇ ਸੰਗਤਾਂ ਕਹਿੰਦੀਆਂ ਨੇ ਆਪਾਂ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਸੋਹਣੀ ਨਹੀਂ ਲੱਗਦੇ। ਆਪਾਂ ਤੇ ਇੱਕ ਪਿਤਾ ਜੀ ਦੇ ਪੁੱਤਰ ਆ, ਇੱਕ ਗੁਰੂ ਨੂੰ ਮੰਨਣ ਵਾਲੇ ਆ, ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਖੜਨ ਵਾਲੇ ਆ। ਇੱਕ ਦੂਜੇ ਦੀਆਂ ਪੱਗਾਂ ਨਾ ਉਤਾਰੋ, ਫੈਸਲਾ ਕਰ ਲਓ। ਹੁਣ ਫੈਸਲਾ ਕਰਵਾਵੇ ਕੌਣ? ਕਹਿਣ ਲੱਗੇ ਭਾਈ ਮਨੀ ਸਿੰਘ ਨੂੰ ਬੁਲਾਓ, ਉਹ ਆਪਣਾ ਫੈਸਲਾ ਕਰਾਉਣਗੇ। ਬੜੇ ਪਿਆਰੇ ਗੁਰਸਿੱਖ ਨੇ। ਭਾਈ ਮਨੀ ਸਿੰਘ ਜੀ ਨੂੰ ਬੁਲਾਇਆ ਗਿਆ। ਉਹਨਾਂ ਨੇ ਦੋਨਾਂ ਧੜਿਆਂ ਨੂੰ ਬਿਠਾ ਲਿਆ। ਇੱਕ ਪਾਸੇ ਅਮਰ ਸਿੰਘ ਬੈਠਾ, ਇੱਕ ਪਾਸੇ ਕਾਨ ਸਿੰਘ ਬੈਠਾ। ਕਹਿਣ ਲੱਗੇ ਤੁਹਾਡੇ ਝਗੜੇ ਦਾ ਤਾਂ ਇੱਕੋ ਹੀ ਹੱਲ ਹੈ। ਤੁਸੀਂ ਕਹਿੰਦੇ ਹੋ ਅਸੀਂ ਸੇਵਾ ਕਰਨੀ ਆ, ਦੂਜੇ ਕਹਿੰਦੇ ਅਸੀਂ ਕਰਨੀ ਆ। ਆਪਾਂ ਕਿਉਂ ਨਾ ਗੁਰੂ ਰਾਮਦਾਸ ਜੀ ਤੋਂ ਹੀ ਪੁੱਛ ਲਈਏ। ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। 2 ਪਰਚੀਆਂ ਪਾਉਂਦੇ ਆ, ਇੱਕ ਤੇ ਬੰਦਈ ਖਾਲਸਾ ਲਿਖਾਂਗੇ, ਇੱਕ ਤੇ ਤੱਤ ਖਾਲਸਾ। ਦੋਨੋਂ ਪਰਚੀਆਂ ਸਰੋਵਰ 'ਚ ਸੁੱਟਾਂਗੇ। ਜਿਹੜੀ ਪਰਚੀ ਉੱਪਰ ਆ ਗਈ ਉਹਨੂੰ ਸੇਵਾ ਮਿਲ ਜਾਏਗੀ। ਅਮਰ ਸਿੰਘ ਕਹਿੰਦਾ ਮੈਨੂੰ ਮਨਜ਼ੂਰ ਹੈ, ਤੁਸੀਂ ਪਾਓ ਪਰਚੀਆਂ। ਕਾਨ ਸਿੰਘ ਦੀ ਵੀ ਸਹਿਮਤੀ ਹੋ ਗਈ। ਹੁਣ ਅਰਦਾਸ ਹੋਈ ਏ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ। ਸੰਗਤ ਨੇ ਰਲ ਕੇ ਅਰਦਾਸ ਕੀਤੀ ਕੌਮ ਦੇ ਵਿੱਚ ਝਗੜਾ ਮਿਟ ਜਾਏ। ਸਤਿਗੁਰੂ ਜੀ ਤੁਸੀਂ ਹੀ ਫੈਸਲਾ ਕਰਵਾ ਦੇਵੋ ਕਿ ਇੱਥੇ ਕੌਣ ਸੇਵਾ ਕਰੇ। ਜਦੋਂ ਪਰਚੀਆਂ ਸੁੱਟੀਆਂ ਗਈਆਂ, ਇਤਿਹਾਸ ਦੱਸਦਾ ਵੀ ਤੱਤ ਖਾਲਸਾ ਵਾਲੀ ਪਰਚੀ ਉੱਪਰ ਆ ਗਈ। ਪਹਿਲਾਂ ਤੇ ਅਮਰ ਸਿੰਘ ਕਹਿੰਦਾ ਸੀ ਮੈਂ ਮੰਨਾਂਗਾ, ਜਦੋਂ ਤੱਤ ਖਾਲਸਾ ਦੀ ਹੀ ਪਰਚੀ ਆ ਗਈ ਇਹ ਮੰਨਣ ਤੋਂ ਨਕਾਰੀ ਹੋ ਗਿਆ। ਕਹਿੰਦਾ ਮੈਂ ਨਹੀਂ ਸਹਿਮਤ ਇਸ ਗੱਲ ਦੇ ਨਾਲ। ਫਿਰ ਝੜਪ ਹੋਈ, ਉਹਦੇ 'ਚ ਅਮਰ ਸਿੰਘ ਮਾਰਿਆ ਗਿਆ। ਭਾਈ ਮਨੀ ਸਿੰਘ ਨੂੰ ਦੁਬਾਰਾ ਫਿਰ ਸੁਨੇਹਾ ਦਿੱਤਾ ਵੀ ਆਓ ਤੁਸੀਂ ਇਹਨਾਂ ਨੂੰ ਬਿਠਾ ਕੇ ਸਮਝਾਓ। ਇਹ ਤੇ ਫਿਰ ਮੁੱਕਰ ਗਏ। ਭਾਈ ਮਨੀ ਸਿੰਘ ਜੀ ਨੇ ਫਿਰ ਆ ਕੇ ਉਹਨਾਂ ਦਾ ਸਮਝੌਤਾ ਕਰਾਇਆ। ਇਹਨਾਂ ਦੇ ਸਮਝੌਤਾ ਕਰਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਜ਼ਕਰੀਆ ਖਾਨ ਨੇ ਬਹੁਤ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸਿੱਖ ਕੌਮ ਦੇ ਉੱਤੇ। ਬੜਾ ਕਸ਼ਟ ਦਾ ਸਮਾਂ ਆਇਆ, ਜੰਗਲਾਂ 'ਚ ਵੀ ਰਹਿਣਾ ਪਿਆ। ਫਿਰ ਆਖਰਕਾਰ 1723 ਦੇ ਵਿੱਚ ਇੱਕ ਫੈਸਲਾ ਹੁੰਦਾ। ਇਹ ਸੋਚਦੇ ਨੇ ਵੀ ਇੱਦਾਂ ਤੇ ਇਹ ਮੰਨਦੇ ਨਹੀਂ, ਜੰਗਲਾਂ 'ਚ ਵੀ ਚਲੇ ਗਏ, ਭੁੱਖੇ ਵੀ ਰਹਿੰਦੇ ਨੇ, ਪਰ ਫਿਰ ਵੀ ਸਿੱਖੀ ਨੂੰ ਛੱਡਣ ਲਈ ਤਿਆਰ ਨਹੀਂ ਹੋਏ।
इदां करो, इन्हां नूं लालच दे के वेखदे आ, एक अहुदा दे के देखदे आ, की पता अहुदे दे लालच विच ही सिद्धांत छड्ड देण। हुण नबाबी दी ऑफर दित्ती गई आ। कुछ सिख कहिंदे ने नबाबी नहीं लैनी चाहिदी, कुछ दा विचार है भी लै लैनी चाहिदी आ। सरकार दे रही है तो आपां नूं इह तों लाभ उठाउणा चाहीदा है। हुण फिर झगड़ा बन गया। एक पासे वो खड़े ने जिहड़े कहंदे नहीं लैनी चाहिदी, दूजे पासे वो ने जिहड़े कहंदे लैनी चाहिदी आ। फिर भाई मनी सिंह नूं बुलाया गया भी तुसीं फैसला कराओ। भाई मनी सिंह जी ने आके समझाया भी जे वो नबाबी दे रहे ने आपां नूं लै लैनी चाहिदी आ, पर इहदे ते पकड़ नहीं बनाउणी, इस अहुदे ते पकड़ नहीं बनाउणी। अहुदे नूं वरत के आपां इकट्ठे होना। वेखो कितना टाइम हो गया जंगलां च रहिंदियां नूं। अपनी कौम फिर पैरां ते खड़ी हो जाए, आपां कौम नूं इकट्ठी करके तरक्की वाले पासे ते लैके जाना है। ते जदों ही लगेगा ना भी ये नबाबी साडे सिद्धांतां च डिक्का बन रही है, आपां नबाबी नूं ठोकर मार देंगे। नवाब कपूर सिंह नूं फैसला किया संगत ने भी इनू नबाबी दिओ, जिहड़े उस समय पक्खा झलण की सेवा कर रहे सी। वो कहन लगे नबाबी ते लै लवांगा, पर 5 प्यारियां दे जोड़ियां तो टपा के खिताब दिओ, किते मेरी पकड़ ना बन जाए। उस समय जिहड़े 5 प्यारे सी ना, जिन्हां दी जुत्ती दे उत्तों नबाबी नूं टपाया गया सी, उन्हां 5 प्यारियां च शहीद बाबा दीप सिंह जी भी शामिल सन। 5 प्यारियां दियां जुत्तियां तो नबाबी नूं टपाया गया। बस 7 महीने ये सारा कुछ चले है। जदों वेखिया इन्हां जालमां ने भी ये ते अहुदे दे विच आके भी, लालच विच आके भी सिद्धांत नहीं छड्ड रहे, उन्होंने वो ऑफर वापस लै ली। सानू सिੱਖਿਆ लैण दी लोड़ है। अज जदों साडे कोल कोई छोटा जिहा अहुदा हुंदा ना, असीं सिद्धांतां नूं सिक्के टंग दिंदे आ। साडे लई अहुदा पहले नंबर ते नहीं, सब तो पहलां आपां सिੱਖ हां, बाद विच अहुदे ने, बाद विच कुर्सियां ने। किन्नी मर्जी तरक्की करिए पर सिद्धांत नहीं छड्डने, सानू सिੱਖੀ प्यारी आ। अज असीं हर कोई कहने आ साडी निजी जिंदगी है जी, साडे बच्चे साडी गल सुणन नूं तैयार नहीं हुंदे, पर कैसा किरदार होएगा भाई मनी सिंह जी का। उन्हां दी भी ते निजी जिंदगी सी ना। उन्हां दे 10 पुत्रां ने अपने पिता का कहना नहीं मोड़िया। कैसी सिੱਖਿਆ दित्ती होएगी, कैसी गुरबाणी की गुड़ती दित्ती होएगी। उन्हां दे बच्चे क्यों नहीं बागी हो गए, 10 दे 10 किवें जिंद गुरु दे लेखे ला गए, क्योंकि माता पिता की करनी महान है। उन्होंने अपने बच्चियां नूं आप पहला गुरमत दृढ़ की, फिर गुरमत की रंगत चाढ़ी आ। जिस समय भाई मनी सिंह जी ये फैसला कराउंदे ने, उस तो बाद नबाबी नूं छड्ड दिता जांदा है। 7 महीने तक ये सारा कुछ चलदा है। फिर उस तो बाद बड़ी लुकण मिट्टी चलती रही है। 1723 तो लैके 1733 तक घर बार छड्ड दिते सी साडे पुरखियां ने। फिर जंगलों च चले गए, रातां जंगलों च गुजारते रहे ने। अज तो असी बड़े आराम नाल घरां च बैठदे हां ना, ये उन्हां दी ही देन है। जे किते वो जंगलों च रातां ना कटदे, असी अज आराम नाल घरां च नहीं सी बैठ सकना। जे छोटे साहिबजादे ठंडे बुरज विच ना बैठदे, असी रजाइयां दे निग नहीं सी माण सकने। कुर्बान जाइए उन्हां महान सूरबीरां तो। जिस समय ये फिर लुकण मिट्टी चलती रही, फिर 1733 दे विच भाई मनी सिंह जी एक फैसला करते हैं। इन्हां ने जाके सरकार दे अगे गल रखी भी तुसीं दिवाली दे उत्ते सानू सारियां नूं इकट्ठे हो लैण दो, क्योंकि दरबार साहिब सिखां नूं हमेशा ही बड़ा प्यारा रहा है। ये साडा केंद्रीय स्थान है, होना भी चाहिए। सानू सारियां नूं दरबार साहिब दे उत्ते इकट्ठे हो लैण दो, असीं सारे मिल लवांगे, गुरमत विचारां करांगे। जे तुसीं सानू इकट्ठे होण दे दिओ, असीं तुहानूं 10,000 रुपया जुर्माना भर दांगे। जकरिया खां वर्गे कहन लगे भी ठीक है, सानू कोई इतराज़ नहीं। लखपत राय की ड्यूटी ला दी।
भी तुसी सारा प्रबंध वेखना है। भाई मनी सिंह जी ने सारी संगत नूं हुक्मनामे भेज दिते भी इकट्ठे होने आपां दिवाली दे उत्ते। जिवें वो दिन नज़दीक आ रही है, इधरों इन्हां दी नीत बदल गई। इन्हां ने अपनी नीत बदनीत कर ली। खोट आई अंदर भी सारी कौम इकट्ठी हुई होगी, सारियां नूं मार देवांगे। इकट्ठियां नूं मारना सौखा है ना, कित्थे जंगलां च लभदे फिरदे आ, ये ते लभदे भी है नहीं जंगलां दे विच। इकट्ठियां नूं मारना बड़ा सौखा होएगा। जून 84 दे विच भी तां साडे नाल यही कुछ होया है ना। गुरु अर्जन साहिब जी का शहीदी दिहाड़ा क्यों चुनिया सी इन्हां ने? सारी संगत शहीदी दिहाड़ा मनाउण आई होएगी, सारियां नूं मारना सौखा होएगा। जदों इन्हां ने कब्जा कर भी लिया सी ना, बाबा जरनैल सिंह जी नूं शहीद कर दिता सी 6 जून नूं। बाबा ठारा सिंह जी, भाई सुबेग सिंह जी, इन्हां ने फिर उन्हां दीयां लाशां दी प्रदर्शनी लाती सी 7 जून नूं भी असीं आ वेखो इन्हां नूं शहीद कर दिता। ते फौज ने कब्जा कर लिया सी। कब्जा करन तो बाद 8 जून नूं इन्हां ने सिख रैफरेंस लाइब्रेरी नूं अग लाई आ। की दुश्मनी सी साडे खजाने दे नाल, जो साडियां किताबां पुराने खरड़े पए सी उत्थे। बस एक टीचा सी भी ना इन्हां दा इतिहास रहन देना, ना कोई इन्हां कोल पुरातन खरड़े रहन देने ने। हथ लिखत बीड़ां साड़ दित्तियां गईयां। कि हुण गुरु ग्रंथ साहिब जी भी अतवादी सन? बस एक फैसला सी भी इकट्ठियां नूं मारना सौखा होएगा। उदों भी जकरिया खां वर्गियां ने ये नीतां अपनाईयां। भाई मनी सिंह जी नूं पता लगदा है, एकदम दोबारा फिर हुक्मनामे भेजे जाते हैं भी कोई ना आयो, सरकार ने अपनी नीत बदनीत कर लिया, कोई इकट्ठ ना होया। 1734 दे विच फिर भाई मनी सिंह जी सरकार दे अगे गल रखते हैं भी सानू विसाखी ते इकट्ठे हो लैण दो, असी तुहानू जुर्माना दे देंगे पर तुसी अपनी नीत बदनीत ना करियो। ये कहने लगे भी सानू कोई इतराज़ नहीं, तुसी करो इकट्ठ। सारी तैयारी हो गई, टाइम ते फिर इन्हां ने अपनी नीत विच खोट ले आंदी। भाई मनी सिंह जी ने फिर सुनेहे भेजे भी कोई ना आयो, ये जालम सानू इकट्ठे होने वास्ते इन्हां नू नहीं ये गल पाउंदी, ये जबान तो गल्लां करदे ने भी कुछ नहीं कहांगे, कुछ नहीं करांगे, पर ये अंदर खाते पूरी तैयारी करके बैठे ने, सारियां नू मार देंगे। हुण कोई इकट्ठ फिर ना हो सकिया। जदों कोई इकट्ठ ना होया, जुर्माना भी किहड़ा देना सी? सरकार ने दबाव बनाया भी जां ते जुर्माना दिओ, नहीं तुहानू गिरफ्तार किया जाएगा। भाई मनी सिंह जी की गिरफ्तारी हुंदी आ। इन्हां दे नाल इन्हां दे भरा नूं ते पुत्तरां नूं भी गिरफ्तार किया जाता है, इन्हां दे परिवार नूं भी गिरफ्तार किया जाता है। कसूर की है भी एक मंग मंगी सी सानू इकट्ठे हो लैण दो, असीं जुर्माना दे देंगे। हुण जदों इकट्ठ ही नहीं होण दिता, फिर जुर्माना किस गल दा? गिरफ्तार करके लाहौर लिआंदा गया। लाहौर दे विच भाई मनी सिंह जी दे सामने पहलां उन्हां दे भरा जगत सिंह नूं शहीद किया गया। को के शहीद किया भाई जगत सिंह नूं, सिदक नहीं हारिया भाई मनी सिंह जी दे भराता जी ने। भाई मनी सिंह जी दे 12 भरा ने, भाई मनी सिंह जी समेत 12 विचों 11 शहीद ने। एक है अमरचंद जिहड़ा निकड़ी उम्र च चढ़ाई कर गया सी, बाकी 11 शहीद ने। सब तो पहले नंबर ते ने भाई जेठा सिंह जी, ये भाई मनी सिंह जी दे सब तो बड़े भरा ने। 1711 दे विच ये आलोवाल दे विच शहीद हुंदे ने। फिर दूजे नंबर ते भाई दयाला जी, उन्हां बारे ते आपां जाणदे हां ना। 1675 दे विच गुरु तेग बहादुर जी की शहीदी तो पहलां उन्हां नूं देग च उबालिया गया सी। भाई दयाला जी भाई मनी सिंह जी के भरा ने।
ਤੀਜੇ ਨੰਬਰ 'ਤੇ ਨੇ ਭਾਈ ਮਨੀ ਸਿੰਘ ਜੀ, ਇਹ 1734 'ਚ ਸ਼ਹੀਦ ਹੁੰਦੇ ਨੇ। ਚੌਥੇ ਨੰਬਰ 'ਤੇ ਭਾਈ ਦਾਨ ਸਿੰਘ ਜੀ, ਇਹ 1705 ਦੇ ਵਿੱਚ ਸ਼ਹੀਦ ਹੁੰਦੇ ਨੇ। ਪੰਜਵੇਂ ਨੰਬਰ 'ਤੇ ਭਾਈ ਮਾਨ ਸਿੰਘ ਜੀ, ਇਹ 1708 ਦੇ ਵਿੱਚ ਸ਼ਹੀਦ ਹੁੰਦੇ ਨੇ ਚਿਤੌੜਗੜ੍ਹ ਦੀ ਜੰਗ ਦੇ ਵਿੱਚ। ਇਹਨਾਂ ਤੋਂ ਛੋਟੇ ਨੇ ਭਾਈ ਅਮਰਚੰਦ ਜੀ, ਉਹ ਨਿੱਕੜੀ ਉਮਰ 'ਚ ਚੜ੍ਹਾਈ ਕਰ ਜਾਂਦੇ ਨੇ। ਉਹਨਾਂ ਤੋਂ ਛੋਟੇ ਨੇ ਭਾਈ ਰੂਪ ਸਿੰਘ ਜੀ, ਇਹ 1711 ਵਿੱਚ ਆਪਣੇ ਵੱਡੇ ਭਰਾ ਭਾਈ ਜੇਠਾ ਸਿੰਘ ਜੀ ਦੇ ਨਾਲ ਆਲੋਵਾਲ ਦੀ ਜੰਗ 'ਚ ਸ਼ਹੀਦ ਹੁੰਦੇ ਨੇ। ਇਹਨਾਂ ਤੋਂ ਬਾਅਦ ਨੇ ਭਾਈ ਜਗਤ ਸਿੰਘ ਜੀ, ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ, ਇਹ ਭਾਈ ਮਨੀ ਸਿੰਘ ਜੀ ਦੇ ਨਾਲ ਹੀ ਸ਼ਹੀਦ ਹੋਣਗੇ 1734 ਵਿੱਚ 24 ਜੂਨ ਨੂੰ। ਫਿਰ ਉਹਨਾਂ ਤੋਂ ਬਾਅਦ ਨੇ ਭਾਈ ਸੋਹਣ ਚੰਦ ਜੀ, ਜਿਹੜੇ ਨਦੌਣ ਦੀ ਜੰਗ ਵਿੱਚ ਸ਼ਹੀਦ ਹੋਏ, ਜਿਨ੍ਹਾਂ ਦਾ ਜ਼ਿਕਰ ਆਪਾਂ ਪਹਿਲਾਂ ਕਰ ਚੁੱਕੇ ਹਾਂ। 1691 'ਚ ਸ਼ਹੀਦ ਹੁੰਦੇ ਨੇ। ਉਹਨਾਂ ਤੋਂ ਬਾਅਦ ਨੇ ਭਾਈ ਲਹਿਣਾ ਜੀ, ਜਿਹੜੇ 1696 ਵਿੱਚ ਸ਼ਹੀਦ ਹੁੰਦੇ ਨੇ ਗੁਲੇਰ ਦੀ ਜੰਗ ਵਿੱਚ। ਉਹਨਾਂ ਤੋਂ ਬਾਅਦ ਨੇ ਭਾਈ ਰਾਏ ਸਿੰਘ ਜੀ, ਇਹਨਾਂ ਨੂੰ ਵੀ ਆਪਾਂ ਜਾਣਦੇ ਆ, ਮੁਕਤਸਰ ਸਾਹਿਬ ਦੀ ਜੰਗ 'ਚ ਸ਼ਹੀਦ ਹੋਏ। ਭਾਈ ਰਾਏ ਸਿੰਘ ਦਾ ਪੁੱਤ ਹੈ ਭਾਈ ਮਹਾ ਸਿੰਘ। ਭਾਈ ਰਾਏ ਸਿੰਘ ਇਹ ਭਾਈ ਮਨੀ ਸਿੰਘ ਜੀ ਦੇ ਭਰਾ ਨੇ, ਤੇ ਭਾਈ ਮਹਾ ਸਿੰਘ ਜੀ ਵੀ ਸ਼ਹੀਦ ਹੋਏ। ਭਾਈ ਮਨੀ ਸਿੰਘ ਜੀ ਦੇ ਭਤੀਜੇ ਵੀ ਸ਼ਹੀਦ ਨੇ। ਭਾਈ ਰਾਏ ਸਿੰਘ ਤੋਂ ਬਾਅਦ ਨੇ ਭਾਈ ਹਠੀ ਚੰਦ ਜੀ, ਜਿਹੜੇ ਕਿ 1688 ਦੇ ਵਿੱਚ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੁੰਦੇ ਨੇ। 11 ਭਰਾ ਸ਼ਹੀਦ, ਤੇ ਸਾਹਮਣੇ ਇੱਕ ਭਰਾ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਅਡੋਲ ਬੈਠੇ ਨੇ ਭਾਈ ਮਨੀ ਸਿੰਘ ਜੀ। ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤ ਚਿੱਤਰ ਸਿੰਘ ਨੂੰ ਫੜਿਆ ਗਿਆ, ਉਹਨਾਂ ਨੂੰ ਵੀ ਕੋਹ ਕੇ ਸ਼ਹੀਦ ਕਰ ਦਿੱਤਾ। ਉਹਨਾਂ ਤੋਂ ਬਾਅਦ ਧੰਨ ਹੈ ਭਾਈ ਚਿੱਤਰ ਸਿੰਘ ਜੀ ਵੀ। ਇਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਇਹਨਾਂ ਦੇ 2 ਪੁੱਤ ਸ਼ਹੀਦ ਹੋ ਚੁੱਕੇ ਨੇ। ਭਾਈ ਮਨੀ ਸਿੰਘ ਜੀ ਦੇ 2 ਪੋਤਰੇ ਸ਼ਹੀਦ ਹੋ ਚੁੱਕੇ ਨੇ ਇਹਨਾਂ ਦੀ ਸ਼ਹਾਦਤ ਤੋਂ ਪਹਿਲਾਂ। ਕੈਸਾ ਜਿਗਰਾ ਲੈ ਕੇ ਬੈਠੇ ਨੇ, ਕੈਸੀ ਦ੍ਰਿਸ਼ਟੀ ਹੈ ਭਾਈ ਮਨੀ ਸਿੰਘ ਜੀ ਦੀ, ਅੱਖ 'ਚੋਂ ਇੱਕ ਵੀ ਹੰਝੂ ਨਹੀਂ ਆਇਆ। ਭਾਈ ਚਿੱਤਰ ਸਿੰਘ ਸ਼ਹੀਦ ਹੋ ਗਏ। ਭਾਈ ਗੁਰਬਖਸ਼ ਸਿੰਘ ਜੀ ਨੂੰ ਲਿਆਂਦਾ ਗਿਆ, ਭਾਈ ਗੁਰਬਖਸ਼ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ। ਕਹਿਣ ਲੱਗੇ ਵੀ ਇਹ ਤੇ ਹਜੇ ਵੀ ਅਡੋਲ ਨੇ। ਹੁਕਮ ਹੋਇਆ ਇਹਨਾਂ ਦਾ ਵੀ ਬੰਦ ਕੱਟ ਦਿਓ। ਜੇ ਜੁਰਮਾਨਾ ਨਹੀਂ ਨਾ ਭਰਦੇ, ਜੇ ਸਿੱਖੀ ਨਹੀਂ ਛੱਡਦੇ, ਬੰਦ ਕੱਟਣ ਦਾ ਹੁਕਮ ਹੋਇਆ ਹੈ। ਜਦੋਂ ਬੰਦ ਕੱਟਣ ਦਾ ਹੁਕਮ ਹੋਇਆ ਸੀ ਨਾ, ਉਸ ਸਮੇਂ ਭਾਈ ਮਨੀ ਸਿੰਘ ਜੀ ਦੀ ਉਮਰ ਹੈ 90 ਸਾਲ। 1644 'ਚ ਜਨਮ ਹੋਇਆ, 1734 'ਚ ਸ਼ਹੀਦੀ ਹੁੰਦੀ ਆ। 90 ਸਾਲ ਦੀ ਉਮਰ ਵਿੱਚ ਵੇਖੋ ਕਿੰਨਿਆਂ ਨੂੰ ਪਹਿਲਾਂ ਤੋਰ ਦਿੱਤਾ। ਆਪਣੇ ਪੋਤਿਆਂ ਨੂੰ ਤੋਰ ਦਿੱਤਾ, ਪੁੱਤਰਾਂ ਨੂੰ ਤੋਰ ਦਿੱਤਾ, ਭਤੀਜੀਆਂ ਨੂੰ ਤੋਰ ਦਿੱਤਾ, ਭਰਾਵਾਂ ਨੂੰ ਤੋਰ ਦਿੱਤਾ, ਪਰ ਅਡੋਲ ਬੈਠੇ ਨੇ। ਹੁਣ ਜਲਾਦ ਆਇਆ, ਆ ਕੇ ਭਾਈ ਮਨੀ ਸਿੰਘ ਜੀ ਦੇ ਗੁੱਟ 'ਤੇ ਟੱਕ ਲਾਉਣ ਲੱਗਦਾ ਹੈ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਜਲਾਦਾ ਤੈਨੂੰ ਹੁਕਮ ਤੇ ਹੋਇਆ ਬੰਦ ਕੱਟਣ ਦਾ, ਤੇ ਤੂੰ ਮੇਰੇ ਗੁੱਟ 'ਤੇ ਟੱਕ ਲਾਉਣ ਲੱਗੀ ਹੈ। ਤੈਨੂੰ ਨਹੀਂ ਪਤਾ ਬੰਦ ਤੇ ਉਂਗਲੀ ਦੇ ਪੋਟੇ ਤੋਂ ਸ਼ੁਰੂ ਹੁੰਦਾ ਹੈ। ਜਲਾਦ ਕਹਿਣ ਲੱਗਿਆ, ਭਾਈ ਮਨੀ ਸਿੰਘ ਜੀ ਮੈਨੂੰ ਪਤਾ ਹੈ, ਪਰ ਮੈਂ ਕੀ ਕਰਾਂ, ਮੈਨੂੰ ਤੁਹਾਡੀ ਬਜ਼ੁਰਗੀ 'ਤੇ ਬੜਾ ਤਰਸ ਆਉਂਦਾ ਹੈ। ਜੇ ਮੈਂ ਉਂਗਲ ਦੇ ਪੋਟੇ ਤੋਂ ਕੱਟਾਂਗਾ ਨਾ, ਤੁਹਾਨੂੰ ਬੜੀ ਤਕਲੀਫ ਹੋਏਗੀ। ਮੈਂ ਚਾਹੁੰਦਾ ਇੱਕੋ ਵਾਰੀ ਗੁੱਟ ਲਾ ਦੇਵਾਂ, ਬਾਅਦ ਵਿੱਚ ਟੋਟੇ ਕਰ ਦੇਵਾਂਗਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਨਹੀਂ ਜਲਾਦਾ, ਤੈਨੂੰ ਜੋ ਤੇਰੇ ਮਾਲਕ ਦਾ ਹੁਕਮ ਹੈ ਨਾ, ਤੂੰ ਮੰਨ। ਤੂੰ ਆਪਣੇ ਮਾਲਕ ਦਾ ਹੁਕਮ ਮੰਨ ਕੇ ਆਨੰਦ ਮਾਣ, ਤੇ ਮੈਨੂੰ ਮੇਰੇ ਮਾਲਕ ਦਾ ਹੁਕਮ ਮੰਨ ਕੇ ਆਨੰਦ ਮਾਣਨ ਦੇ। ਜਲਾਦ ਕੰਬ ਗਿਆ ਗੱਲ ਸੁਣ ਕੇ। ਕਹਿਣ ਲੱਗਿਆ, ਭਾਈ ਮਨੀ ਸਿੰਘ ਜੀ ਤੁਹਾਨੂੰ ਬੰਦ ਕਟਵਾਉਣ ਵਿੱਚ ਵੀ ਆਨੰਦ ਹੈ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਨਹੀਂ ਭਲਿਆ, ਤੂੰ ਨਹੀਂ ਜਾਣਦਾ, ਮੇਰਾ ਗੁਰੂ ਦੱਸਦਾ ਆਨੰਦ ਕਦੋਂ ਮਿਲਦਾ ਹੈ।
ਜਦੋਂ ਅਸੀਂ ਆਪਣੇ ਗੁਰੂ ਜੀ ਦੀ ਹਜ਼ੂਰੀ 'ਚ ਵਿਚਰਦੇ ਨਾ, ਹੁਕਮ ਨੂੰ ਕਮਾਉਂਦੇ ਆ। ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ, ਇਹ ਤੇ ਹਜ਼ੂਰੀ 'ਚ ਵਿਚਰੇ ਹੀ ਪਤਾ ਲੱਗਦਾ, ਤੇ ਹੁਕਮ ਨੂੰ ਕਮਾਇਆ ਪਤਾ ਲੱਗਦਾ ਆਨੰਦ ਕੀ ਹੁੰਦਾ ਹੈ। ਜਲਾਦ ਕਹਿਣ ਲੱਗਿਆ ਵੀ ਤੁਸੀਂ ਬੜੀਆਂ ਆਪਣੇ ਗੁਰੂ ਦੀਆਂ ਗੱਲਾਂ ਕਰਦੇ ਹੋ, ਬੜੇ ਪਿਆਰੇ ਜਾਪਦੇ ਹੋ ਆਪਣੇ ਗੁਰੂ ਨੂੰ, ਤੁਹਾਡਾ ਬੜਾ ਹੀ ਪਿਆਰ ਹੈ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ, ਕਿ ਤੁਸੀਂ ਕਦੇ ਆਪਣੇ ਗੁਰੂ ਦੀ ਬਾਣੀ ਵੀ ਪੜ੍ਹੀ ਆ? ਕਈ ਵਾਰ ਜਿਵੇਂ ਆਪਾਂ ਵੀ ਗੱਲਾਂ ਤੇ ਬਹੁਤ ਕਰਦੇ ਹਾਂ ਵੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ, ਆਪਾਂ ਅੰਦਰ ਝਾਤ ਮਾਰੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੈ ਜੀ? 1430 ਅੰਗ ਆਪਾਂ ਪੜ੍ਹ ਕੇ ਵੇਖੇ ਨੇ। ਉਹ ਜਲਾਦ ਦੇ ਮਨ 'ਚ ਵੀ ਸ਼ੰਕਾ ਆ, ਉਹ ਪੁੱਛਦਾ, ਕਹਿਣ ਲੱਗਿਆ ਵੀ ਤੂੰ ਬੜਾ ਆਪਣੇ ਗੁਰੂ ਦੀਆਂ ਗੱਲਾਂ ਕਰਦਾ, ਬੜਾ ਗੁਰੂ ਗੁਰੂ ਕਰਦਾ, ਕੀ ਕਦੇ ਤੂੰ ਆਪਣੇ ਮੁਰਸ਼ਿਦ ਦੀ, ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵੇਖੀਏ? ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਭਲਿਆ ਆ ਜਿਹੜੇ ਹੱਥਾਂ ਨੂੰ ਤੂੰ ਕੱਟਣ ਲੱਗਿਆ ਹੈ ਨਾ, ਮੇਰੇ ਗੁਰੂ ਦੀ ਮੇਰੀ ਇਸ ਕਾਇਆ ਤੇ ਇੰਨੀ ਰਹਿਮਤ ਵਰਤੀ ਆ, ਆਹ ਹੱਥ ਤਾਂ ਹੀ ਸਫਲ ਹੋਣ ਲੱਗੇ ਨੇ, ਇਹ ਹੱਥ ਤਾਂ ਹੀ ਕੌਮ ਦੇ ਲੇਖੇ ਲੱਗਣ ਲੱਗੇ ਨੇ ਕਿ ਇਹਨਾਂ ਹੱਥਾਂ ਨੇ ਇੱਕ ਇੱਕ ਅੱਖਰ ਮੇਰੇ ਗੁਰੂ ਦੀ ਬਾਣੀ ਦਾ ਲਿਖਿਆ ਹੋਇਆ ਹੈ। ਇਸ ਭਾਗ ਸਮਾਂ ਮਿਲੇ ਮੈਨੂੰ ਗੁਰਬਾਣੀ ਲਿਖਣ ਦਾ, ਮੇਰੇ ਗੁਰੂ ਜੀ ਨੇ ਕੋਲ ਬੈਠ ਕੇ ਗੁਰਬਾਣੀ ਲਿਖਵਾਈ ਹੈ ਦਮਦਮਾ ਸਾਹਿਬ ਦੀ ਧਰਤੀ 'ਤੇ। ਆ ਜਿਹੜੀਆਂ ਅੱਖਾਂ ਵੇਖਦਾ ਹੈ ਨਾ ਤੂੰ, ਇਹਨਾਂ ਅੱਖਾਂ ਨੇ ਇੱਕ ਇੱਕ ਅੱਖਰ ਗੁਰੂ ਦੀ ਬਾਣੀ ਦਾ ਵੇਖਿਆ ਹੋਇਆ ਹੈ। ਇਹਨਾਂ ਕੰਨਾਂ ਨੇ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਗੁਰੂ ਦੀ ਬਾਣੀ ਦਾ ਸੁਣਿਆ ਹੋਇਆ ਹੈ। ਆ ਜਿਹੜੀ ਜ਼ਬਾਨ ਹੈ ਨਾ, ਮੇਰੇ ਗੁਰੂ ਨੇ ਇੰਨੀ ਰਹਿਮਤ ਕੀਤੀ ਆ, ਇਸ ਜ਼ਬਾਨ ਨੇ ਗੁਰਬਾਣੀ ਦੇ ਸ਼ਬਦਾਂ ਦੀ ਕਥਾ ਕੀਤੀ ਹੋਈ ਆ। ਭਾਈ ਮਨੀ ਸਿੰਘ ਜੀ ਕਥਾ ਵਿਚਾਰ ਵੀ ਕਰਦੇ ਰਹੇ ਨੇ ਗੁਰਬਾਣੀ ਦੇ ਸ਼ਬਦਾਂ ਦੀ। ਕਹਿਣ ਲੱਗੇ ਤਾਂ ਹੀ ਤੇ ਇਹ ਜਿੰਦ, ਤਾਂ ਹੀ ਤੇ ਕਾਇਆ ਸਫਲ ਹੋ ਰਹੀ ਆ, ਤੂੰ ਪੁੱਛ ਕੀ ਪੁੱਛਣਾ ਚਾਹੁੰਦਾ ਹੈ? ਜਲਾਦ ਕਹਿਣ ਲੱਗਿਆ, ਮੈਂ ਤੇ ਆਈ ਪੁੱਛਣਾ ਸੀ, ਮੈਂ ਤੇ ਸੁਣਿਆ ਵੀ ਤੁਹਾਡਾ ਗੁਰੂ ਕਹਿੰਦਾ ਇਹ ਦੇਹੀ ਬਹੁਤ ਕੀਮਤੀ ਆ, ਇਹ ਜਿਹੜੀ ਦੇਹੀ ਆ ਨਾ ਬੜੀ ਅਮੋਲਕ ਹੈ, ਪਤਾ ਨਹੀਂ ਇਹ ਤੇ ਕਿੰਨੀਆਂ ਕੁ ਜੂਨਾਂ ਤੋਂ ਬਾਅਦ ਮਿਲਦੀ ਹੈ, 84 ਲੱਖ ਜੂਨਾਂ ਭੋਗਣੀਆਂ ਪੈਂਦੀਆਂ ਨੇ, ਇਹ ਦੇਹੀ ਬਹੁਤ ਕੀਮਤੀ ਹੈ, ਤੁਹਾਡਾ ਗੁਰੂ ਕਹਿੰਦਾ। ਫਿਰ ਮਨੀ ਸਿੰਘਾ ਤੂੰ ਆਪਣੇ ਗੁਰੂ ਦੀ ਗੱਲ ਕਿਉਂ ਨਹੀਂ ਮੰਨਦਾ, ਕਿਉਂ ਇਸ ਦੇਹੀ ਨੂੰ ਗਵਾਉਣ ਲੱਗੇ ਹੈ? ਤੂੰ ਕਿਉਂ ਨਹੀਂ ਹੱਥ ਛੱਡ ਦਿੰਦਾ, ਇਸਲਾਮ ਕਬੂਲ ਕਰ ਜਾਂ 10,000 ਰੁਪਈਆ ਜੁਰਮਾਨਾ ਭਰ ਦੇ। ਹੁਣ ਭਾਈ ਮਨੀ ਸਿੰਘ ਵਰਗੇ ਮਹਾਨ ਸੂਰਬੀਰ ਯੋਧੇ, ਕੀ ਉਹਨਾਂ ਨੂੰ 10,000 ਰੁਪਏ ਦਾ ਘਾਟਾ ਸੀ? ਜੇ ਇੱਕ ਆਵਾਜ਼ ਮਾਰਦੇ ਨਾ ਕੌਮ ਨੂੰ, ਕੌਮ ਨੇ 10 ਲੱਖ ਇਕੱਠਾ ਕਰਕੇ ਰੱਖ ਦੇਣਾ ਸੀ। ਪਰ ਗੱਲ ਤੇ ਹੈ ਨਾ ਵੀ ਜਦੋਂ ਤੁਸੀਂ ਇਕੱਠ ਨਹੀਂ ਹੋਣ ਦਿੱਤਾ, ਫਿਰ ਗੁਰੂ ਦੀ ਗੋਲਕ ਦਾ ਪੈਸਾ ਬਰਬਾਦ ਨਹੀਂ ਕੀਤਾ ਜਾਏਗਾ। ਸਾਨੂੰ ਸਿਖਾ ਰਹੇ ਨੇ ਕਿਵੇਂ ਵਰਤਿਆ ਜਾਣਾ ਚਾਹੀਦਾ ਗੁਰੂ ਦੀ ਗੋਲਕ ਦੇ ਪੈਸੇ ਨੂੰ। ਇਹ ਇੱਦਾਂ ਹੀ ਨਹੀਂ ਤੁਹਾਨੂੰ ਦਿੱਤਾ ਜਾਏਗਾ, ਕਿਉਂਕਿ ਇਹ ਸੰਗਤ ਦੀ ਖੂਨ ਪਸੀਨੇ ਦੀ ਕਮਾਈ ਆ, ਇਹ ਲੋੜਵੰਦਾਂ ਤੇ ਲੱਗ ਸਕਦੀ ਆ। ਜਿਸ ਸਮੇਂ ਉਹ ਜਲਾਦ ਕਹਿੰਦੇ, ਫਿਰ ਤੂੰ ਕਿਉਂ ਨਹੀਂ ਮੰਨ ਲੈਂਦਾ ਗੱਲ ਨੂੰ, ਕਿਉਂ ਇਹ ਕੀਮਤੀ ਦੇਹੀ ਗਵਾਉਣ ਲੱਗੀ ਹੈ? ਹੁਣ ਤੇ ਤੁਹਾਡਾ ਗੁਰੂ ਵੀ ਮੰਨਦੇ ਵੀ ਇਹ ਕੀਮਤੀ ਹੈ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਜਲਾਦਾ ਤੂੰ ਇਹਨਾਂ ਤੇ ਸੁਣ ਲਿਆ ਕਿ ਸਾਡਾ ਗੁਰੂ ਕਹਿੰਦਾ ਇਹ ਦੇਹੀ ਬਹੁਤ ਕੀਮਤੀ ਹੈ, ਪਰ ਮੈਨੂੰ ਲੱਗਦਾ ਤੂੰ ਇਹ ਗੱਲ ਨਹੀਂ ਸੁਣੀ ਕਿ ਸਾਡਾ ਗੁਰੂ ਕਹਿੰਦਾ ਇਸ ਦੇਹੀ ਨਾਲੋਂ ਸਿੱਖੀ ਕਿਤੇ ਵੱਧ ਕੀਮਤੀ ਆ। ਸਿੱਖੀ ਇਦੋਂ ਵੀ ਅਮੋਲਕ ਹੈ। ਤੂੰ ਕਹਿੰਦਾ ਜਲਾਦਾ ਵੀ ਇਹ ਦੇਹੀ ਤੇ ਮਿਲ ਜਾਏਗੀ ਕਈ ਜੂਨਾਂ ਭੋਗਣ ਤੋਂ ਬਾਅਦ, ਪਰ ਕੀ ਗਰੰਟੀ ਕਿ ਉਸ ਦੇਹੀ ਵਿੱਚ ਜਿਹੜਾ ਉਹ ਜਨਮ ਮਿਲੂਗਾ ਮੈਨੂੰ ਸਿੱਖੀ ਵੀ ਮਿਲੇਗੀ? ਸਿੱਖੀ ਤੇ ਤਾਂ ਹੀ ਮਿਲਦੀ ਆ ਜੇ ਗੁਰੂ ਤਰੁੱਠ ਜਾਵੇ, ਜੇ ਗੁਰੂ ਜੀ ਮਿਹਰ ਦੇ ਘਰ ਵਿੱਚ ਆ ਜਾਣ, ਫਿਰ ਸਿੱਖੀ ਮਿਲਦੀ ਆ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਦੇਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ, ਦੇਹੀ ਤੋਂ ਆਵਨ ਜਾਨ ਹੈ ਸਿੱਖੀ ਲੱਭ ਹੈ ਕਬ ਕੋਏ। ਇਹ ਭਾਈ ਰਤਨ ਸਿੰਘ ਭੰਗੂ ਜੀ ਦੇ ਬੋਲ ਨੇ ਕਿ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਦੇਹੀ ਤੇ ਆਉਣ ਜਾਣ ਹੈ, ਇਹਦਾ ਖੇਲ ਰਚਿਆ ਹੋਇਆ ਮਾਲਕ ਨੇ, ਪਰ ਸਿੱਖੀ ਤੇ ਸਫਲੀ ਕੋਈ ਭਾਗਾਂ ਵਾਲਾ ਹੀ ਕਰਕੇ ਜਾਂਦਾ ਹੈ। ਜਿਸ ਸਮੇਂ ਇਹ ਗੱਲਾਂ ਕੀਤੀਆਂ,
कहन लगे जलादा हुण बहुती देर ना ला, तेनों हुक्म होया बंद बंद कट्टण दा, तू मेरा बंद बंद कट दे किते मेरी कौम इकट्ठी हो जाए। कौम नूं इकट्ठा करन दे लई भाई मनी सिंह जी ने अपना बंद बंद कटवा लिया। कौम इकट्ठी करन दे लई भाई मनी सिंह जी ने अपनियां अखां सामने अपने पुੱਤ शहीद करा लए, अपने भरा शहीद करा लए। ते अज सानू भी भाई मनी सिंह जी की शहादत तो सीखण दी लोड़ है। भाई मनी सिंह जी की शहीदी का ही वास्ता है अपनी कौम नूं इकट्ठे हो जाइए, धड़ेबाजियां तो उपर उठिए। अज साडे च रौला ही क्यों पै रहा है, क्यों झगड़े हो रहे ने? क्योंकि असी हर कोई आपो अपनी मत नूं लैके बैठे हुए हैं। कोई कहंदे मेरी सुनो मैं इदां सोचदा है, दूजा कहंदे नहीं नहीं तू गलत है मेरी सुन मैं इदां सोचदा है। जिस दिन आपां कह दिता ना वीर ना तेरी ना मेरी, आपां गुरु बाबे तो पुछदे हां गुरु जी की कहंदे ने, गुरु जी की सोचते ने। जो गुरु जी कहणगे ना आपां उही मन लांगे। जदों गुरु जी की अगवाई लवांगे ना, कह देवांगे तुसी साडे नायक हो, तुसी साडे आगू हो, दिनां च ही कौम की चढ़दी कला हो जानी है, दिनां च ही एकता आ जानी है। सो गुरु जी की अगवाई लईए, गुरु जी नूं अपने घरां च लैके जाइए, बाणी दियां पोथियां साडे घरां च होण, नाल असीं बाणी दे अर्थां नूं विचारीए, आप गुरबाणी नूं पढ़ीए, बच्चियां नूं पढ़ाइए, बच्चियां नूं भी इधरले पासे आपां उन्हां दी आदत पाईए। जिवें स्कूल च जदों बच्चे पढ़दे आ ना, आपां उन्हां नूं कहने भी पुत्त अपना काम करो जो स्कूल च मिलिया होया है। बिठाउने ना, बच्चे बैठते नहीं होंदे पर आपां बिठाउने आ। उदों सानूं पता है भी बच्चे लिए जरूरी है, असीं बिठाउने आ। सवेरे उठाना बहुत जरूरी है। बच्चा नहीं कहता भी मैनू उठाया जाए स्कूल भेजिया जाए, बच्चा थोड़ी चाहता है, पर सानू पता है भी इन्हूं भेजना लाजमी है। सो असी भी इस तरह अपनी जिंदगी 'च गल समझ लईए, बच्चियां नूं गुरद्वारा साहिब भेजना भी बहुत लाजमी है, बाणी पढ़नी सिखाउणी भी बहुत लाजमी है। भाई मनी सिंह जी दियां गथावां सुनाइए अपने बच्चियां नूं, चार साहिबजादियां दियां साखियां सुनाइए, तां जो वो भी सिੱਖੀ विच परपक्क हो जाना। मनां 'च झात मारो कि सानू 5 प्यारियां दे नाम आउंदे ने, बच्चियां नूं जरूर जाके पुछियो। 10 गुरु साहिबानां दे नाम सानू याद ने, साडे 5 तख्त किहड़े ने, सानू इन्हां गल्लां दा पता होना चाहिए। आ देखो नहीं तो सोशल मीडिया दे उत्ते वीडियो आउंदियां ने ना, एक पत्रकार भैन सारियां दे अगे माइक कर रही है, जिन्हां ने अमृत छकिया उन्होंने भी नहीं पता 5 प्यारियां दे नाम, कहंदे असीं ते भुल गए। सो आपां रोज़ दृढ़ करिए, आपां सिੱਖੀ रोज़ अरदास विच मंगदे आ ना, रोज़ याद करते हैं 5 प्यारियां, 4 साहिबजादियां, 40 मुक्तियां, हठियां जपियां तपियां, जिन्ना नाम जपिया वंड छकिया। तो फिर अखीर ते की कहने आ, सिखां नूं सिੱਖੀ दान केस दान रहत, किन्ना वर्गा सिੱਖੀ दान चाहिए, किन्ना वर्गी रहत चाहिदी आ। ਜਿਹੜੇ फेल हो गए उन्हां वर्गी नहीं, जिन्हां नूं असीं पहलां याद कीता 5 प्यारियां 4 साहिबजादियां, जिन्हां ਸਿੰਘਾਂ ਸਿੰਘਣੀਆਂ ने बंद बंद कटाए, इन्हां वर्गी सिੱਖੀ दिओ सानूं, साडा सिदक निभ जाए। महसूस करके वेखी असी अपने तन के उत्ते एक झरीट लग जे ना, सानू करदी वज जे, साडे 10 जाणियां नूं दिखाउने भी आ साडे करद वज गई, किन्नी तकलीफ हुंदी आ। हाय कहने आ ना, उस समय जलादां दे कन्न तरसदे रह गए भी भाई मनी सिंह हाय कह देना, पर जदों भी उन्हां दी जबान चों निकलिया वाहिगुरू निकलिया, शुकराना निकलिया, कोई अलामा नहीं दिता भाई मनी सिंह ने। ते सानू भी यही सिखा के गए ने, पुत हमेशा कहा कर दुख नाही सब सुख ही है रे, एक एकी नित बुरा नहीं सब भला ही है रे,
ਹਾਰ ਨਹੀਂ ਸਭ ਜਿੱਤ ਹੈ, ਕੁਝ ਵੀ ਹਾਰ ਨਹੀਂ ਹੈ, ਸਭ ਕੁਝ ਜਿੱਤ ਹੈ। ਬਾਜੀ ਜਿੱਤ ਜਾਵਾਂਗੇ ਜਦੋਂ ਅਸੀਂ ਮਾਲਕ ਜੀ ਦੇ ਭਾਣੇ 'ਚ ਆ ਜਾਵਾਂਗੇ। ਭਾਣੇ 'ਚ ਉਦੋਂ ਹੀ ਆਵਾਂਗੇ ਜਦੋਂ ਬਾਣੀ ਨੂੰ ਆਧਾਰ ਬਣਾਵਾਂਗੇ। ਸਾਡੇ ਨਿੱਕੇ ਨਿੱਕੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੀ ਤਾਂ ਹੋ ਰਹੇ ਨੇ ਕਿਉਂਕਿ ਉਹ ਬਾਣੀ ਤੋਂ ਟੁੱਟ ਗਏ। ਦੇਖੋ ਛੋਟੇ ਛੋਟੇ ਬੱਚੇ, ਅਸੀਂ ਇੱਕ ਅੰਤਮ ਅਰਦਾਸ 'ਤੇ ਗਏ, 20 ਸਾਲਾਂ ਦੀ ਉਮਰ ਸੀ ਬਸ ਵੀਰ ਦੀ, ਫਾਹਾ ਲੈ ਕੇ ਚੜ੍ਹਾਈ ਕਰ ਗਿਆ। ਕਿਉਂ ਅਸੀਂ ਡਿਪਰੈਸ਼ਨ ਵਿੱਚ ਜਾ ਰਹੇ ਹਾਂ? ਕਿਉਂ ਅਸੀਂ ਦਰਖਤ ਪੱਖੇ ਲੱਭ ਰਹੇ ਹਾਂ ਵੀ ਕਿੱਥੇ ਅਸੀਂ ਫਾਹਾ ਲੈ ਸਕੀਏ? ਕਿਉਂਕਿ ਸਾਡੇ ਜੀਵਨ ਵਿੱਚੋਂ ਜਪ ਜੀ ਵਿਸਰ ਗਈ ਆ। ਜਪ ਜੀ ਨੂੰ ਆਧਾਰ ਬਣਾਈਏ, ਬਾਣੀ ਦੀਆਂ ਪੋਥੀਆਂ ਸਾਡੇ ਘਰਾਂ 'ਚ ਹੋਣ, ਫਿਰ ਹੀ ਅਸੀਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇ ਸਕਾਂਗੇ। ਇਹੀ ਸ਼ਰਧਾਂਜਲੀ ਹੈ ਨਾ ਵੀ ਉਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ। ਉਹਨਾਂ ਨੇ ਸਾਰਾ ਜੀਵਨ ਬਾਣੀ ਲੇਖੇ ਲਾ ਦਿੱਤਾ, ਗੁਰੂ ਜੀ ਲੇਖੇ ਲਾ ਦਿੱਤਾ। ਆਪਾਂ ਵੀ ਮਨ ਕਰਕੇ ਕਹਿ ਦਈਏ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਲੇਖੇ ਲੱਗ ਜਾਵੇ ਫਿਰ ਇਹ ਲੋਕ ਸੁਖੀਏ ਔਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀ ਸੰਗਤ ਦਾ ਧੰਨਵਾਦ ਹੈ ਜੀ, ਬਹੁਤ ਪਿਆਰ ਨਾਲ ਸੁਣਿਆ। ਸਤਿਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਵਿਚਾਰਾਂ ਕਰਵਾਈਆਂ ਨੇ। ਪ੍ਰਬੰਧਕ ਕਮੇਟੀ, ਸੇਵਾਦਾਰ ਵੀਰ ਭੈਣਾਂ ਦਾ, ਗ੍ਰੰਥੀ ਵੀਰ ਦਾ, ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ ਜੀ।